हाँ जी स्टूडेंट्स, इस वीडियो ਦੇ ਵਿੱਚ मैं ਤੁਹਾਨੂੰ ਇਹ ਦੱਸਣ ਦੀ ਕੋਸ਼ਿਸ਼ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਿਨ੍ਹਾਂ ਦਾ ਅੱਜ 12th ਕਲਾਸ ਦਾ ਹਿਸਟਰੀ ਦਾ ਐਗਜ਼ਾਮ ਹੈ ਬੈਸਟ ਆਫ ਲੱਕ। ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਕਿਸ ਤਰੀਕੇ ਨਾਲ ਤੁਸੀਂ ਆਪਣਾ ਕੁਐਸਚਨ ਜਿਹੜੇ ਕਿ ਅਟੈਂਪਟ ਕਰਨਾ। ਸੌਰੀ ਵੈਸੇ ਵੀਡੀਓ ਕਾफ़ी ਜ਼ਿਆਦਾ ਲੇਟ ਹੋ ਗਈ ਬਟ ਟਾਈਮ ਦੀ ਮੈਨੇਜਮੈਂਟ ਨਹੀਂ ਹੋ ਪਾਈ। ਤਾਂ ਤੁਸੀਂ ਕਿਸ ਤਰੀਕੇ ਨਾਲ ਆਪਣਾ ਕੁਐਸਚਨ ਪੇਪਰ ਅਟੈਂਪਟ ਕਰਨਾ ਐਗਜ਼ਾਮ ਤਾਂ ਕਿ ਤੁਸੀਂ ਪੂਰੇ ਟਾਈਮ 'ਤੇ ਆਪਣਾ ਫੁੱਲ ਜਿਹੜੇ ਕਿ ਮਤਲਬ ਕਿ ਐਗਜ਼ਾਮ ਨੂੰ ਕੰਪਲੀਟ ਕਰ ਸਕੋ। ਇਹ ਨਾ ਹੋਵੇ ਤੁਹਾਡਾ ਐਗਜ਼ਾਮ ਰਹਿ ਜਾਵੇ, ਕਿਉਂਕਿ टाइम ਨੂੰ ਵੀ मैनेजमेंट रखना ਜ਼ਰੂਰ देखना ਤੁਸੀਂ। ਤਾਂ ਫਸਟ ਦੇ ਵਿੱਚ ਜਿਹੜੇ ਤੁਹਾਨੂੰ ਸ਼ਾਰਟ ਕੁਐਸਚਨ ਨੇ ਇਹਨਾਂ ਨੇ ਕਿਹਾ ਹੋਇਆ 1 ਜਾਂ 2 ਸ਼ਬਦਾਂ ਦੇ ਵਿੱਚ ਆਨਸਰ ਕਰਨਾ ਤੁਸੀਂ, ਹੈ ਨਾ। ਇਹ ਕਿਹਾ ਹੋਇਆ ਤਾਂ ਤੁਸੀਂ ਉਨਾ ਕੁ ਹੀ ਆਨਸਰ ਕਰਨਾ, ਫਾਲਤੂ ਨਹੀਂ ਵਧਾਉਣਾ ਹੈਗਾ। ਇਹ ਨਹੀਂ ਹੈ 1 ਮਾਰਕਸ ਵਾਲਾ ਕੁਐਸਚਨ ਤੁਸੀਂ 6 ਤੋਂ 7 ਲਾਈਨਾਂ ਦੇਣ ਵਿੱਚ ਬੈਠ ਕੇ, ਨੋ, ਟੂ ਦਾ ਪੁਆਇੰਟ ਆਨਸਰ ਕਰਨਾ। ਜਿਹੜੇ ਸ਼ਾਰਟ ਕੁਐਸਚਨ ਨੇ ਟੂ ਦਾ ਪੁਆਇੰਟ ਆਨਸਰ ਹੀ ਕਰਨੇ ਨੇ। ਉਸ ਤੋਂ ਬਾਅਦ 3 ਮਾਰਕਸ ਵਾਲੇ ਕਿਵੇਂ ਕਰਨੇ ਇਹ ਵੀ ਤੁਹਾਨੂੰ ਦੱਸਦੀ ਹਾਂ ਮੈਂ, 5 ਵਾਲੇ ਕਿਵੇਂ ਕਰਨੇ ਇਹ ਵੀ ਦੱਸਦੀ ਹਾਂ। ਅਤੇ ਪਹਿਲਾਂ ਮੈਂ ਤੁਹਾਨੂੰ ਇਹ ਦੱਸਦਾ मैप किमें करना वो भी तुहानूं दस दिया मैं। ये सिर्फ यही सम अप करना मैं तुहाडा। मुगलानी बेगम कौन सी मीर मनु दी विधवा सी, दल खालसा की स्थापना किहने कीती सी, कदों कीती सी, ये भी टोटल सब कुछ दस चुके हैं। 29 मार्च 1748 ਦੇ ਵਿੱਚ ਕੀਤੀ ਸੀ। ਨਵਾਬਪੁਰ ਸਿੰਘ ਨੇ ਕੀਤੀ ਸੀ, ਅੰਮ੍ਰਿਤਸਰ ਦੇ ਵਿੱਚ ਕੀਤੀ ਸੀ। ਮਹਾਰਾਣਾ ਰਣਜੀਤ ਸਿੰਘ ਦੀ ਮੌਤ ਕਦੋਂ ਹੋਈ ਆ? ਇਹ ਹੋਈ ਆ 27 ਜੂਨ 1839 ਦੇ ਵਿੱਚ। ਅਤੇ ਤ੍ਰੈਪੱਖੀ ਸੰਧੀ ਵੀ ਯਾਦ ਰੱਖਣੇ, ਤ੍ਰੈਪੱਖੀ ਸੰਧੀ ਹੋਈ 38 ਦੇ ਵਿੱਚ 26 ਜੂਨ। ਅਤੇ ਮਹਾਰਾਣਾ ਰਣਜੀਤ ਸਿੰਘ ਦਾ ਜਨਮ ਕਦੋਂ ਹੋਇਆ ਸੀ? 13 ਨਵੰਬਰ 1780 ਦੇ ਵਿੱਚ। ਅਤੇ ਮਹਾਰਾਣਾ ਸਿੰਘ ਦੇ ਮਾਤਾ ਨਾਂ ਕੀ ਸੀ? ਰਾਜ ਕੌਰ। ਅਤੇ ਰਾਜ ਕੌਰ ਨੂੰ ਜਿਹੜੇ ਕਿ ਮਾਈ ਮਲਵੈਣ ਵੀ ਕਿਹਾ ਗਿਆ, ਠੀਕ ਹੈ, ਮਾਈ ਮਲਵੈਣ। ਉਸ ਤੋਂ ਕਿਉਂਕਿ ਉਹ ਮਾਲਵਾ ਦੇ ਜਿਹੜੇ ਕਿ ਉੱਥੋਂ ਦੇ ਸੰਬੰਧ ਰੱਖਦੇ ਸਨ। ਅਤੇ ਇਹਨਾਂ ਦੇ ਪਿਤਾ ਦਾ ਨਾਂ ਕੀ ਸੀ? ਮਹਾਂ ਸਿੰਘ ਸੀ। ਦੈਨ ਉਸ ਤੋਂ ਬਾਅਦ ਧਰਮ ਅਰਥ ਜਗੀਰਾਂ ਕਿਹੜੇ ਹੁੰਦੇ ਨੇ? ਜਿਹੜੇ ਕਿ ਧਾਰਮਿਕ ਸਥਾਨ ਦਿੱਤੇ ਜਾਂਦੇ ਸੀ। ਅਤੇ ਮਹਾਰਾਣਾ ਰਣਜੀਤ ਸਿੰਘ ਦਰਬਾਰ ਨੂੰ ਕੀ ਕਹਿੰਦੇ ਸੀ? ਦਰਬਾਰੇ ਖਾਲਸਾ ਕਹਿੰਦੇ ਸੀ। ਆਪਣੇ ਆਪ ਨੂੰ ਸਿੱਖ ਪੰਥ ਦਾ ਜਿਹੜੇ ਕੁੱਕਰ ਸਮਝਦੇ ਸਨ। ਅਤੇ ਸਰਕਾਰ ਨੂੰ ਜਿਹੜੇ ਕਿ ਸਰਕਾਰੇ ਖਾਲਸਾ ਕਿਹਾ ਜਾਂਦਾ ਸੀ। ਦੈਨ ਜਿਵੇਂ ਹੁਣ ਅੱਗੇ ਜਿਹੜੇ ਕੁਐਸਚਨ ਨੇ ਤੁਹਾਡੇ 5 ਮਾਰਕਸ, ਇਹਦੇ ਵਿੱਚੋਂ 5 ਕਰਨੇ ਨੇ। 3 ਮਾਰਕਸ ਵਾਲੇ ਕੁਐਸਚਨ ਇਹ ਦੱਸਦੇ ਤੁਹਾਨੂੰ ਕਿਵੇਂ ਅਟੈਂਪਟ ਕਰਨੇ ਨੇ ਤੁਸੀਂ। ਇਹਨਾਂ ਦੇ ਵਿੱਚ ਆਨਸਰ ਤੁਸੀਂ 40 ਤੋਂ 50 ਸ਼ਬਦਾਂ ਦੇ ਵਿੱਚ ਹੀ ਦੇਣਾ, 40 to 50 ਵਰਡਸ ਦੇ ਵਿੱਚ ਹੀ ਲਿਖਣਾ। ਜਿਵੇਂ ਇਹਨਾਂ ਨੇ ਤਰੂਣਾ ਦਲ ਅਤੇ ਬੁੱਢਾ ਦਲ ਪੁੱਛੇ ਹੋਏ ਨੇ, ਤੁਸੀਂ ਅਗਰ ਇਹਨਾਂ ਦੇ ਹੈਡਿੰਗ ਬਣਾ ਸਕਦੇ ਹੋ ਤਾਂ ਵੈਲ ਐਂਡ ਗੁੱਡ ਹੈ। ਪਹਿਲਾਂ ਬੁੱਢਾ ਦਲ ਦਾ ਲਿਖੋ, ਫਿਰ ਤਰੂਣਾ ਦਲ ਦਾ ਲਿਖੋ, ਠੀਕ ਹੈ। ਥੋੜ੍ਹਾ ਦੇਣਾ, 40 ਤੋਂ 50 ਸ਼ਬਦਾਂ ਦੇ ਵਿੱਚ ਹੀ ਦੇਣਾ। ਇਹ ਨਹੀਂ ਹੈ ਕਿ ਤੁਸੀਂ 2 ਪੇਜ ਭਰ ਦਿਓ, ਨੋ, ਠੀਕ ਹੈ। 40 ਤੋਂ 50 ਸ਼ਬਦਾਂ ਦੇ ਵਿੱਚ ਹੀ ਦੇਣਾ। ਇਹ 3 ਮਾਰਕਸ ਵਾਲੇ ਨੇ। ਅਤੇ ਤੁਸੀਂ ਇਹਨਾਂ ਦੇ ਵਿੱਚੋਂ 7 ਆਉਣਗੇ ਤੁਹਾਨੂੰ ਐਗਜ਼ਾਮ ਦੇ ਵਿੱਚ, ਕੋਈ ਤੁਸੀਂ 5 ਕਰਨੇ ਨੇ। 3 ਨੰਬਰ ਵਾਲੇ ਤੁਹਾਨੂੰ ਐਗਜ਼ਾਮ ਦੇ ਵਿੱਚ 7 ਆਉਣਗੇ, ਤੁਸੀਂ 5 ਕਰਨੇ ਨੇ। ਤੁਸੀਂ 5 ਉਹੀ ਹੀ ਕਰੋਗੇ ਜੋ ਤੁਹਾਨੂੰ ਐਨ ਚੰਗੇ ਤਰੀਕੇ ਨਾਲ ਆਉਂਦੇ ਹੋਣ। ਇਹ ਨਾ ਹੈ ਵੀ ਤੁਸੀਂ 7 ਦੇ 7 ਕਰਨ ਲੱਗ ਜਾਓ। ਤਾਂ ਫਿਰ ਟਾਈਮ ਦੀ ਮੈਨੇਜਮੈਂਟ ਵੀ ਦੇਖਣੀ ਕਿ ਉੱਧਰੋਂ ਪੇਪਰ ਦੇ ਵਿੱਚ 2 ਘੰਟੇ ਨੇ, ਇਹ ਨਾ ਹੋਵੇ ਕਿ ਤੁਹਾਡਾ ਪੇਪਰ ਛੁੱਟ ਜੇ ਇੱਥੇ ਵੱਧ ਕਰਨ ਦੇ, ਕਿਉਂਕਿ ਇੱਥੇ ਤੁਸੀਂ ਵੱਧ ਕਰੋਗੇ ਤਾਂ ਕੋਈ ਉਹ ਨਹੀਂ ਹੋਣਾ। ਇੱਥੇ ਤਾਂ ਸਿਰਫ ਤੁਹਾਨੂੰ 5 ਦੇ ਹੀ ਮਾਰਕਸ ਮਿਲਣੇ ਨੇ। ਉਸ ਤੋਂ ਅੱਗੇ ਜਿਵੇਂ ਜਿਨ੍ਹਾਂ ਕੁਐਸਚਨਾਂ ਦੇ ਤਾਂ 3 ਮਾਰਕਸ ਵਾਲੇ ਦੇ ਤੁਸੀਂ ਪੁਆਇੰਟਾਂ ਦੇ ਵਿੱਚ ਆਨਸਰ ਕਰ ਸਕਦੇ ਹੋ, ਤਾਂ ਪੁਆਇੰਟਾਂ ਦੇ ਵਿੱਚ ਕਰੋ, ਠੀਕ ਹੈ। 3 ਮਾਰਕਸ ਵਾਲੇ ਦੇ ਜਿਵੇਂ 3 ਮਾਰਕਸ ਵਾਲੇ ਦੇ ਤੁਸੀਂ ਜਿਨ੍ਹਾਂ ਦੇ ਪੁਆਇੰਟ ਬਣਾ ਸਕਦੇ ਹੋ। ਪੈਰੇ ਦੇ ਵਿੱਚੋਂ ਵੀ ਜਿਹੜੇ ਕਿ ਪੁਆਇੰਟ ਬਣ ਜਾਂਦੇ ਹੁੰਦੇ ਨੇ। ਜਿਵੇਂ ਇੱਕ ਲਾਈਨ ਜਿੱਥੇ ਵੀ ਸਟਾਪ ਹੋ ਰਹੀ ਤੈਨੂੰ ਤੁਸੀਂ ਉਸਨੂੰ ਜਿਹੜੇ ਕਿ ਪੁਆਇੰਟ ਨੰਬਰ 1 2 3 ਦੇ ਦਿਓ। ਅਗਰ ਤੁਸੀਂ ਪੁਆਇੰਟਾਂ ਦੇ ਵਿੱਚ ਕਰ ਰਹੇ ਹੋ ਤਾਂ 3 ਮਾਰਕਸ ਵਾਲੇ ਦੇ ਵਿੱਚ ਤੁਸੀਂ ਪੁਆਇੰਟ ਦੇ ਦਿਓ 4 ਤੋਂ ਬਸ 4 ਜਾਂ 5 ਪੁਆਇੰਟ ਦੇ ਦਿਓ, ਇਨਫ ਨੇ। ਪੁਆਇੰਟ ਦੇ ਵਿੱਚ ਪੁਆਇੰਟ ਦੱਸ ਰਹੀ ਮੈਂ। ਅਗਰ ਤੁਸੀਂ ਹੈਡਿੰਗ ਕਰਨੇ ਨੇ 3 ਮਾਰਕਸ ਵਾਲੇ ਤਾਂ ਹੈਡਿੰਗ 3 ਹੀ ਇਨਫ ਨੇ। ਹੈਡਿੰਗ 3 ਹੀ ਬਹੁਤ ਨੇ। ਅਗਰ ਤੁਸੀਂ ਪੁਆਇੰਟਸ ਦੇ ਵਿੱਚ ਦੇ ਰਹੇ ਹੋ ਤਾਂ 4 ਤੋਂ 5 ਦੇ ਦਿਓ। ਅਗਰ ਤੁਸੀਂ ਪੈਰੇ ਦੇ ਵਿੱਚ ਕਰ ਰਹੇ ਹੋ ਤਾਂ ਪੈਰੇ ਦੇ ਵਿੱਚ ਵੀ ਆਨਸਰ ਕਰ ਸਕਦੇ ਹੋ। ਅਤੇ ਜਿਹੜਾ ਵੀ ਪੈਰੇ ਦੇ ਵਿੱਚ ਜੋ ਤੁਹਾਨੂੰ ਮੇਨ ਲੱਗਦਾ ਕਿ ਤੁਸੀਂ ਜਿਵੇਂ ਮਹਾਰਾਜਾ ਸਿੰਘ ਦੇ ਜਿੱਤਾਂ ਬਾਰੇ ਲਿਖਣਾ, ਕੁਛ ਵੀ ਲਿਖਣਾ, ਜਾਂ ਤ੍ਰੈਪੱਖੀ ਸੰਧੀ ਉਹ ਲਗਾ ਲਓ ਤੁਸੀਂ ਲਿਖਣੀ ਹੈ। ਉਹਦੇ ਵਿੱਚ ਤ੍ਰੈਪੱਖੀ ਸੰਧੀ ਕਦੋਂ ਹੋਈ, ਕਿਹਨੇ ਵਿਚਕਾਰ ਹੋਈ, ਉਹਨਾਂ ਨੂੰ ਤੁਸੀਂ ਅੰਡਰਲਾਈਨ ਕਰ ਦਿਓ, ਠੀਕ ਹੈ। ਪੈਰੇ ਦੇ ਵਿੱਚ ਜੋ ਤੁਹਾਨੂੰ ਮੇਨ ਲੱਗਦਾ ਕਿ ਤੁਸੀਂ ਜੋ ਤੁਹਾਡਾ ਐਗਜ਼ਾਮ ਚੈੱਕ ਕਰ ਰਿਹਾ ਉਹਨੂੰ ਤੁਸੀਂ ਮਤਲਬ ਕਿ ਦਿਖਾਉਣਾ ਚਾਹੁੰਦੇ ਹੋ ਕਿ ਇਹ ਮੇਨ ਚੀਜ਼ ਹੈ ਇਸ ਪੈਰੇ ਦੇ ਵਿੱਚ, ਤੁਸੀਂ ਉਸ ਨੂੰ ਅੰਡਰਲਾਈਨ ਕਰ ਦਿਓ, ਓਕੇ। ਉਸ ਨੂੰ ਅੰਡਰਲਾਈਨ ਕਰ ਦਿਓ। ਅਤੇ ਹੈਡਿੰਗ ਤਾਂ ਅੰਡਰਲਾਈਨ ਕਰਨੇ ਨੇ। ਪੈਰੇ ਦੇ ਵਿੱਚ ਅਗਰ ਤੁਸੀਂ ਲਾਈਨ ਲਿਖ ਰਹੇ ਹੋ ਉਹਨੂੰ ਵੀ ਅੰਡਰਲਾਈਨ ਕਰ ਸਕਦੇ ਹੋ, ਜਿੰਨਾ ਕੁ ਵੀ ਤੁਸੀਂ ਮਤਲਬ ਕਿ ਮੇਨ ਚੀਜ਼ ਤੁਹਾਨੂੰ ਲੱਗਦੀ ਉਹਦੇ ਵਿੱਚ, ਠੀਕ ਹੈ। ਉਸ ਤੋਂ ਬਾਅਦ ਈਡੀ ਦੇ ਵਿੱਚ ਤੁਸੀਂ ਪੈਰੇ ਨੂੰ ਰੀਡ ਕਰਕੇ ਉਹਦੇ ਵਿੱਚੋਂ ਆਨਸਰ ਕਰਨੇ ਨੇ। ਇਹ ਮਤਲਬ ਕਿ ਚੰਗੇ ਤਰੀਕੇ ਨਾਲ ਕਰਨਾ, ਕਿਉਂਕਿ ਇਹਦੇ ਵਿੱਚੋਂ ਤੁਹਾਡੇ 4 ਦੇ 4 ਮਾਰਕਸ ਬਿਲਕੁਲ ਫ੍ਰੀ ਦੇ ਹੀ ਨੇ। ਸਿਰਫ ਤੁਸੀਂ ਥੋੜ੍ਹਾ ਜਿਹਾ ਮਾਈਂਡ ਲਾ ਕੇ ਇਹ ਜਿਹੜਾ ਕਿ ਕਰਨਾ। ਫਿਰ ਉਸ ਤੋਂ ਬਾਅਦ ਅੱਗੇ ਪੈਰੇ ਤੋਂ ਬਾਅਦ ਹੈਗੇ ਨੇ ਤੁਹਾਡੇ ਲੌਂਗ ਕੁਐਸਚਨ ਆਉਣਗੇ ਜਿਹੜੇ ਕਿ 4 ਆਉਣਗੇ। 4 ਦੇ ਵਿੱਚੋਂ ਤੁਸੀਂ ਕੋਈ 2 ਕਰਨੇ ਨੇ। 2 ਤੁਸੀਂ ਉਹ ਕਰਨੇ ਨੇ ਜਿਹੜੇ ਤੁਹਾਨੂੰ ਚੰਗੇ ਤਰੀਕੇ ਨਾਲ ਆਉਂਦੇ ਹੋਣਗੇ। 5 ਮਾਰਕਸ ਵਾਲਾ ਜਿਹੜਾ ਤੁਸੀਂ 100 ਤੋਂ 150 ਸ਼ਬਦਾਂ ਦੇ ਵਿੱਚ ਆਨਸਰ ਕਰਨਾ, ਇਹ ਤੁਹਾਡਾ ਹੋ ਸਕਦਾ 1.5 ਪੇਜ ਤੱਕ ਤੁਸੀਂ ਲਿਖ ਸਕਦੇ ਹੋ ਆਪਣਾ, ਠੀਕ ਹੈ। 1 ਪੇਜ ਤੱਕ ਕੰਪਲੀਟ ਹੋ ਸਕਦਾ ਤਾਂ 1.5 ਪੇਜ ਤੱਕ ਲੈ ਕੇ ਜਾ ਸਕਦੇ ਹੋ ਇਹਨੂੰ, ਨਹੀਂ 1 ਪੇਜ ਇਨਫ ਹੈ। ਪਰ ਉਹ ਕਰੈਕਟ ਹੋਵੇ, ਠੀਕ ਹੈ। ਇਹ ਨਾ ਹੋਵੇ ਚੈਪਟਰ ਕਿਸ ਤੋਂ ਪੁੱਛਿਆ ਤੁਸੀਂ ਕੁਛ ਹੋਰ ਲਿਖੀ ਜਾਓ, ਨੋ। ਕਰੈਕਟ ਲਿਖਣਾ, ਜੋ ਵੀ ਲਿਖਣਾ ਤਾਂ ਆਪਣੀ ਲੈਂਗੁਏਜ ਦੇ ਵਿੱਚ ਲਿਖ ਸਕਦੇ ਹੋ। ਇਹ ਨਹੀਂ ਹੈ ਕਿ ਡਿਟੋ ਜਿੱਥੇ ਸੀ ਆ ਉੱਥੇ ਤੁਸੀਂ ਸੀ ਹੀ ਲਿਖਣਾ, ਜਿੱਥੇ ਹੈ ਉੱਥੇ ਉਹ ਹੀ ਲਿਖਣਾ, ਨੋ। ਆਪਣੀ ਲੈਂਗੁਏਜ ਦੇ ਵਿੱਚ ਆਪਣਾ ਹਿਸਟਰੀ ਦਾ ਵੈਸੇ ਹੀ ਜਿਹੜੀ ਕਿ ਇੱਕ
ਹਿਸਟਰੀ ਮਤਲਬ ਕਿ ਇੱਕ ਸਟੋਰੀ ਦੀ ਤਰ੍ਹਾਂ ਆਪਣੇ ਯਾਦ ਰੱਖ ਸਕਦੇ ਹੁੰਦੇ ਆਪਾਂ, ਉਸੇ ਸਟੋਰੀ ਦੀ ਤਰ੍ਹਾਂ ਜਿਵੇਂ ਆਪਾਂ ਦੂਜੇ ਨੂੰ ਕੋਈ ਗੱਲ ਆਪਾਂ ਜਾਂ ਕੁਛ ਵੀ ਸੁਣਾਉਂਦੇ ਹੁੰਦੇ ਆਪਾਂ ਆਪਣੇ ਲਹਿਜੇ ਦੇ ਵਿੱਚ ਸੁਣਾਉਂਦੇ ਹੁੰਦੇ ਹਾਂ, ਐਵੇਂ ਹੀ ਤੁਸੀਂ ਹਿਸਟਰੀ ਦਾ ਜਿਹੜਾ ਕਿ ਆਪਣਾ ਐਗਜ਼ਾਮ ਮਤਲਬ ਕਿ ਆਪਣੀ ਲੈਂਗੁਏਜ ਦੇ ਵਿੱਚ ਲਿਖ ਸਕਦੇ ਹੋ। ਆਈ ਮੀਨ ਟੂ ਸੇ ਡੈਟ ਮਤਲਬ ਕਿ ਖੁਦ ਜਿਹੜੇ ਕਿ ਜੋ ਲਾਈਨਾਂ ਨੇ ਉਹਨਾਂ ਨੂੰ ਖੁਦ ਜੋ ਤੁਹਾਨੂੰ ਹੈ ਮਤਲਬ ਕਿ ਤੁਸੀਂ ਜਿਵੇਂ ਮਹਾਰਾਜਾ ਸਿੰਘ ਦੀ ਕਿਸੇ ਜਿੱਤ ਬਾਰੇ ਜਾਂ ਮਹਾਰਾਜਾ ਸਿੰਘ ਦੇ ਜੀਵਨ ਬਾਰੇ ਤੁਸੀਂ ਆਪਣੇ ਤੁਹਾਨੂੰ ਹੋਰ ਵੀ ਜਿਵੇਂ ਐਸੇ ਵੀ ਹੁੰਦਾ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਬਾਰੇ ਦਾ ਹੈ ਨਾ, ਉਹਨਾਂ ਵਿੱਚ ਜੋ ਵੀ ਤੁਸੀਂ ਲਾਈਨਾਂ ਜਿਹੜੇ ਕਿ ਲਿਖ ਸਕਦੇ ਹੋ। ਅਤੇ ਜਿਨ੍ਹਾਂ ਦੇ ਹੈਡਿੰਗ ਬਣਦੇ ਹੋਣਗੇ ਉਹਨਾਂ ਦੇ ਤੁਸੀਂ ਹੈਡਿੰਗ ਜ਼ਰੂਰ ਬਣਾਉਣੇ ਨੇ ਲੌਂਗ ਕੁਐਸਚਨ ਦੇ। ਜਿਵੇਂ ਇੱਥੇ ਦੇਖੋ ਛੋਟਾ ਅਤੇ ਵੱਡਾ ਘੱਲੂਘਾਰਾ, ਛੋਟਾ ਅਤੇ ਵੱਡਾ ਘੱਲੂਘਾਰਾ। ਹੁਣ ਇਹਨਾਂ ਦੇ ਵਿੱਚ ਵੀ ਤੁਸੀਂ ਬਣਾ ਸਕਦੇ ਹੋ। ਪਹਿਲਾਂ ਤਾਂ ਜਿਹੜੇ ਕਿ ਘਟਨਾ ਸਾਰੀ ਲਿਖ ਦਿਓ, ਫਿਰ ਅੱਗੇ ਇਹਦਾ ਪ੍ਰਭਾਵ ਦਾ ਹੈਡਿੰਗ ਬਣਾ ਦਿਓ। ਪ੍ਰਭਾਵ ਦੇ ਵਿੱਚ ਮਤਲਬ ਕਿ ਸਿੱਖ ਜਿਹੜੇ ਕਿ ਬੇਸ਼ੱਕ ਉਹਨਾਂ 'ਤੇ ਬਹੁਤ ਸਾਰੇ ਅਤਿਆਚਾਰ ਹੋਏ, ਉਹਨਾਂ ਜਿਹੜੇ ਕਿ ਮੁਗਲ ਉਹਨਾਂ ਨੂੰ ਦਬਾਉਣਾ ਚਾਹੁੰਦੇ ਸੀ, ਪਰ ਫਿਰ ਵੀ ਜਿਹੜੇ ਕਿ ਸਿੱਖ ਨਾ ਦਵੇ, ਸਿੱਖਾਂ ਦੀ ਪਾਵਰ ਹੋਰ ਜ਼ਿਆਦਾ ਵੱਧਦੀ ਗਈ। ਐਵੇਂ ਤੁਸੀਂ ਜਿਹੜੇ ਕਿ ਪ੍ਰਭਾਵ ਵਾਲਾ ਹੈਡਿੰਗ ਬਣਾ ਸਕਦੇ ਹੋ ਅਤੇ ਅੱਗੇ ਜਿਹੜੀ ਕਿ ਘਟਨਾ ਵਾਲਾ ਸਾਰਾ ਵੇਰਵਾ ਦੇ ਸਕਦੇ ਹੋ। ਇਸ ਤੋਂ ਇਲਾਵਾ ਜਿਵੇਂ ਵੱਡਾ ਘੱਲੂਘਾਰਾ ਇੱਥੇ ਆਪਾਂ ਕੁਐਸਚਨ ਦੇਖਦੇ ਹਾਂ ਨਾ, ਉਹਦੇ ਵਿੱਚ ਕਦੋਂ ਵਾਪਰਿਆ ਉਹਨੂੰ ਅੰਡਰਲਾਈਨ ਕਰੋ ਪਹਿਰੇ ਦੇ ਵਿੱਚੋਂ, ਠੀਕ ਹੈ, ਕਦੋਂ ਵਾਪਰਿਆ ਉਹ ਦੱਸਣਾ। ਤਾਂ ਇਸ ਤੋਂ ਇਲਾਵਾ ਜਿਹੜੇ ਕਿ ਕਦੋਂ ਵਾਪਰਿਆ ਤੋਂ ਬਾਅਦ ਇਹਦੇ ਵਿੱਚ ਕਰਵਾਇਆ ਕਿਹਨੇ ਸੀ ਇਹ, ਠੀਕ ਹੈ, ਅਹਿਮਦ ਸ਼ਾਹ ਅਬਦਾਲੀ ਸੀ ਵੱਡੇ ਘੱਲੂਘਾਰੇ ਦੇ ਸਮੇਂ ਦੇ ਵਿੱਚ। ਕਿੱਥੇ ਹੋਇਆ ਉਹਨੂੰ ਕੂਪਨਾਮੀ ਸਨ, ਉਹਨੂੰ ਮਲੇਰਕੋਟਲਾ ਨੇ, ਉਹਨੂੰ ਅੰਡਰਲਾਈਨ ਕਰੋ। ਛੋਟਾ ਘੱਲੂਘਾਰਾ ਕਾਹਨੂੰਵਾਨ ਦੇ ਵਿੱਚ ਹੋਇਆ, ਉਹਨੂੰ ਅੰਡਰਲਾਈਨ ਕਰੋ, ਗੁਰਦਾਸਪੁਰ ਦੇ ਨੇੜੇ। ਕਦੋਂ ਹੋਇਆ 1746 ਦੇ ਵਿੱਚ, ਉਹਨੂੰ ਅੰਡਰਲਾਈਨ ਕਰੋ। ਅਤੇ ਵੱਡਾ ਘੱਲੂਘਾਰਾ ਹੋਇਆ ਸੀ 1762 ਦੇ ਵਿੱਚ, 61 ਦੇ ਵਿੱਚ ਤਾਂ ਪਾਣੀਪਤ ਦੀ ਤੀਜੀ ਲੜਾਈ ਆ। ਅਤੇ ਇਸ ਤੋਂ ਇਲਾਵਾ ਤੁਸੀਂ ਕਿਹਨੇ ਕਰਵਾਇਆ, ਹੁਣ ਇਹਦੇ ਵਿੱਚ ਛੋਟੇ ਘੱਲੂਘਾਰੇ ਦੇ ਵਿੱਚ ਜਾਈਆ ਖਾਨ ਸੀ, ਲਖਪਤ ਰਾਏ ਸੀ, ਉਹਨਾਂ ਨੂੰ ਅੰਡਰਲਾਈਨ ਕਰੋ। ਮਤਲਬ ਕਿ ਜਿਹੜੇ ਚੀਜ਼ਾਂ ਤੁਹਾਨੂੰ ਲੱਗਦੇ ਨੇ ਕਿ ਮੇਨ ਨੇ ਉਹਨਾਂ ਨੂੰ ਅੰਡਰਲਾਈਨ ਜ਼ਰੂਰ ਕਰਨਾ, ਠੀਕ ਹੈ। ਪਹਿਰੇ ਦੇ ਵਿੱਚ ਹੀ ਅੰਡਰਲਾਈਨ ਪੈਨਸਲ ਨਾਲ ਕਰਨਾ, ਪੈਨ ਨਾਲ ਨਹੀਂ ਕਰਨਾ ਹੈ, ਪੈਨਸਲ ਨਾਲ ਤੁਸੀਂ ਅੰਡਰਲਾਈਨ ਕਰ ਸਕਦੇ ਹੋ, ਠੀਕ ਹੈ। ਅਗਰ ਪੈਨ ਵੀ ਨਾਲ ਕਰ ਸਕਦੇ ਤਾਂ ਪੈਨ ਨਾਲ ਡਬਲ ਲਾਈਨ ਕਰ ਦਿਓ, ਠੀਕ ਹੈ। ਤਾਂ ਐਵੇਂ ਤੁਸੀਂ ਆਪਣਾ ਐਗਜ਼ਾਮ ਕਰਨਾ। ਤੁਸੀਂ 2 ਕੁਐਸਚਨ ਹੀ ਕਰਨੇ ਨੇ, ਹਾਂ ਐਕਸਟਰਾ ਕਰ ਸਕਦੇ ਹੋ ਅਗਰ ਤੁਹਾਡੇ ਕੋਲ ਟਾਈਮ ਬਚਿਆ ਤਾਂ, ਕਿਉਂਕਿ ਟਾਈਮ ਨੂੰ ਜ਼ਰੂਰ ਮੈਨੇਜ ਰੱਖਣਾ। ਇਹ ਨਾ ਹੋਵੇ ਤੁਸੀਂ 3 ਕਰਨ ਬੈਠੋ, ਜਿੱਥੇ 5 ਕੁਐਸਚਨ ਲਿਖਣ ਪੁੱਛੇ ਹੋਏ ਨੇ ਉਹਨਾਂ ਨੇ, ਤੁਸੀਂ ਉੱਥੇ 7 ਕਰਤੇ, ਨੋ, ਫਿਰ ਉੱਥੇ ਟਾਈਮ ਨਹੀਂ ਬਚਣਾ ਹੈਗਾ। ਕਿਉਂਕਿ ਪੇਪਰ ਛੋਟਾ ਹੈ ਤਾਂ ਟਾਈਮ ਵੀ ਫਿਰ ਥੋੜ੍ਹਾ ਹੈ, ਇਹ ਜ਼ਰੂਰ ਦੇਖਣਾ। ਅੱਗੇ ਆਊਗਾ ਤੁਹਾਨੂੰ ਮੈਪ ਤੁਸੀਂ ਪੈਨਸਲ ਨਾਲ ਫਿਲ ਕਰਨਾ। ਅਗਰ ਤੁਸੀਂ ਪੈਨ ਨਾਲ ਵੀ ਫਿਲ ਕਰਨਾ ਤਾਂ ਉਸ ਤੋਂ ਪਹਿਲਾਂ ਤੁਸੀਂ ਪੈਨਸਲ ਨਾਲ ਜ਼ਰੂਰ ਆਪਣਾ ਫਿਲ ਕਰਕੇ ਦੇਖੋ, ਕਿਉਂਕਿ ਗਲਤ ਹੋ ਗਿਆ ਤਾਂ ਪੈਨ ਤਾਂ ਉੱਥੇ ਰੱਬ ਨਹੀਂ ਕਰਨਾ ਹੈ, ਹੋ ਸਕਦਾ, ਠੀਕ ਹੈ, ਫਲੂਇਡ ਯੂਜ਼ ਨਹੀਂ ਕਰਨੀ। ਤਾਂ ਅਗਰ ਤੁਸੀਂ ਪੈਨਸਲ ਨਾਲ ਕਰੋ ਤਾਂ ਉਹਨੂੰ ਰੇਜ਼ ਕਰ ਸਕਦੇ ਹੋ। ਤਾਂ 4 ਸਥਾਨ ਹੀ ਭਰਨੇ ਨੇ, ਫਾਲਤੂ ਅਗਰ ਤੁਹਾਨੂੰ ਆਉਂਦਾ ਹੋਇਆ ਤੁਸੀਂ ਭਰ ਦਿਓ, ਨਹੀਂ 4 ਸਥਾਨ ਇਨਫ ਨੇ। 4 ਸਥਾਨ ਕਰੈਕਟ ਭਰਨੇ ਨੇ। ਉਹ ਕਿਵੇਂ ਭਰਨੇ ਨੇ, ਉਹ ਵੀਡੀਓ ਅਪਲੋਡ ਕੀਤੀਆਂ ਹੋਈਆਂ ਨੇ। 3 ਹੀ ਮੈਪ ਨੇ, 3 ਦੀ ਹੀ ਵੀਡੀਓ ਅਪਲੋਡ ਕੀਤੀਆਂ ਨੇ, ਕਿਉਂਕਿ ਸਿਲੇਬਸ 'ਚ 3 ਹੀ ਮੈਪ ਨੇ। ਵਿਦਆਊਟ ਰਿਵਰ ਵੀ ਕਰਵਾਇਆ ਹੋਇਆ ਉਹਨਾਂ ਦੇ ਵਿੱਚ, ਬਿਨਾਂ ਨਦੀਆਂ ਤੋਂ ਕਿਵੇਂ ਭਰਨਾ ਉਹ ਵੀ ਦੱਸਿਆ ਹੋਇਆ, ਅਤੇ ਵਿਦ ਰਿਵਰਸ ਕਿਵੇਂ ਭਰਨਾ ਉਹ ਵੀ ਤੁਹਾਨੂੰ ਕਰਵਾਇਆ ਹੋਇਆ। ਜਿਵੇਂ ਤੁਹਾਨੂੰ ਸਹੀ ਲੱਗੇ ਉਵੇਂ ਕਰਨਾ। ਅਤੇ ਇਕੱਲਾ ਅਗਰ ਤੁਸੀਂ ਮੈਪ ਭਰ ਰਹੇ ਹੋ ਤਾਂ ਤੁਹਾਨੂੰ 4 ਮਾਰਕਸ ਹੀ ਮਿਲਣਗੇ, ਯਾਦ ਰੱਖਣਾ। ਅਗਰ ਤੁਸੀਂ ਉਹਨਾਂ ਦੀ ਵਿਆਖਿਆ ਕਰ ਰਹੇ ਹੋ, ਵਿਆਖਿਆ ਤੁਸੀਂ ਸਿਰਫ 10 ਤੋਂ 15 ਸ਼ਬਦਾਂ ਦੇ ਵਿੱਚ ਹੀ ਲਿਖਣੀ ਹਰ ਇੱਕ ਸਥਾਨ ਦੀ, ਤਾਂ ਤੁਹਾਨੂੰ 2 ਮਾਰਕਸ ਮਿਲਣਗੇ। ਮਤਲਬ ਕਿ ਇੱਕ ਸਥਾਨ ਦੀ ਵਿਆਖਿਆ ਕਰਨ ਦੇ ਸਾਨੂੰ ਅੱਧਾ ਨੰਬਰ ਆ, ਹਾਫ ਆ, ਠੀਕ ਹੈ। ਅਗਰ 4 ਦੀ ਕਰ ਰਹੇ ਹੋ ਤਾਂ ਹਾਫ ਕਿੰਨੇ ਜਿਹੜੇ ਕਿ ਹੋ ਗਏ ਤੁਹਾਡੇ 2 ਮਾਰਕਸ ਹੋ ਗਏ 4 ਦੇ। ਅਤੇ ਮੈਪ ਫਿਲ ਕਰਨ ਦੇ 4 ਮਾਰਕਸ ਨੇ। ਅਗਰ ਤੁਸੀਂ ਇੱਕ ਸਥਾਨ ਫਿਲ ਕੀਤਾ 1 ਆ, 2 ਕੀਤੇ 2, 3 ਕੀਤੇ 3, 4 ਕੀਤੇ 4 ਦੇ 4 ਕਰੈਕਟ ਕੀਤੇ। ਇਹ ਤੁਹਾਡਾ ਇੰਨਾ ਕੁ ਹੀ ਪੇਪਰ ਆ। ਤਾਂ ਅਤੇ ਮੈਪ 2 ਦੇ ਵਿੱਚੋਂ 1 ਹੀ ਕਰਨਾ। ਅਤੇ ਇਹਨਾਂ ਦੀ ਜਿਹੜੀ ਵਿਆਖਿਆ ਕਰਨੀ ਆ ਤੁਹਾਨੂੰ ਐਗਜ਼ਾਮ ਦੇ ਵਿੱਚ ਹੀ ਜਿਹੜਾ ਕਿ ਆਊਗਾ ਤੁਹਾਡਾ ਕੁਐਸਚਨ ਪੇਪਰ ਦੇ ਨਾਲ ਹੀ ਅਟੈਚ ਹੁੰਦਾ, ਜਿਹੜਾ ਕਿ ਆਪਣਾ ਮੈਪ ਵਾ ਜੋ ਵੀ ਪੰਜਾਬ ਦਾ ਆਊਗਾ ਤੁਹਾਨੂੰ, ਤਾਂ ਉਹਨੂੰ ਪੰਜਾਬ ਦੇ ਨੂੰ ਉੱਥੇ ਤੁਸੀਂ ਅਟੈਚ ਕਰ ਲੈਣਾ। ਅਟੈਚ ਕਰਨ ਤੋਂ ਬਾਅਦ ਉਹਦੀ ਜਿਹੜੀ ਕਿ ਵਿਆਖਿਆ ਤੁਸੀਂ ਨੈਕਸਟ ਪੇਜ 'ਤੇ ਲਿਖ ਸਕਦੇ ਹੋ, ਠੀਕ ਹੈ। ਮੈਪ ਦੇ ਨੀਚੇ ਨਾ ਲਿਖੋ, ਨੈਕਸਟ ਸਾਈਡ 'ਤੇ ਲਿਖ ਦਿਓ। ਅਗਰ ਜਿਵੇਂ ਐਵੇਂ ਸ਼ੀਟ ਹੁੰਦੀ ਆ, ਤੁਸੀਂ ਇੱਧਰ ਵਾਲੀ ਸਾਈਡ 'ਤੇ ਪੇਸਟ ਕਰਵਾ ਲਿਓ, ਇੱਧਰ ਲਿਖ ਦਿਓ, ਜਾਂ ਇੱਧਰ ਵਾਲੀ ਸਾਈਡ 'ਤੇ ਪੇਸਟ ਕਰ ਲਿਓ, ਇੱਧਰ ਲਿਖ ਦਿਓ, ਠੀਕ ਹੈ, ਐਵੇਂ ਕਰ ਲਿਓ। ਹਾਂਜੀ, ਇਹ ਤੁਹਾਨੂੰ ਮੈਂ ਸਮ ਅਪ ਦੱਸਣਾ ਸੀ ਕਿਵੇਂ ਕਰਨਾ। ਥੈਂਕਸ।